गुरु नानक अंगद गुरु अमरदास पद बंद रामदास अर्जुन गुरु वर श्री हरि गोबिंद हरि राय हरि कृष्ण गुर तेग बहादुर चंद दसवें गोबिंद सिंह गुर नमो चरण अरविंद एक ओंकार सतगुरु तेह प्रसाद सच होए। वाहिगुरु जी की फतेह बेगन बैनासन सोए। श्री गुर शब्द कमाए जिन जीते पंच विकार तिन संतन को बंदना सिर चारणन पर तार। कहाँ बुद्ध प्रभ तुच्छ हमारी वर्ण सकह महिमा जो तिहारी। हम ना सकत कर सिफत तुम्हारी आप ले हो तुम कथा सुधारी। बेसुमार अथाह अगनत तुल्य जो बुलाव हो त्यों नानक दास बोलै। वाहिगुरु जी का खालसा वाहिगुरु जी की फतेह। परम सन्मानयोग सतगुरां दी साजी नवाजी गुरु प्यारी गुरु खालसा साध संगत जी जुगो जुग अटल गुरता गद्दी ते शोभायमान दसां पातशाहियां दी आत्मक जोत बाणी गुरु शब्द गुरु धन 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 सतगुरु साहिब श्री गुरु ग्रंथ साहिब महाराज सच्चे पातशाह जी की अपार किरपा रहमत बख्शिश हो रही है। सतगुरु जी की नज़र का सदका गुरु चरणों विच संगत रूप में जुड़ के संध्या के समय आप सब ने आपो अपने समय के मुताबिक गुरु की बाणी दे कीर्तन रहरास साहब का पाठ ਅਤੇ ਹੁਣ सतगुरां ਦੇ पवित्र स्थान गुरुद्वारा शहीद बाबा निहाल सिंह जी तलन विखे चल रही इतिहास की लड़ीवार कथा का आनंद माण रहे हो। सतगुरु श्री गुरु गोबिंद सिंह साहिब महाराज पुत्रां दे दानी सरबंस दानी सतगुरु जी अमृत के दाते बाजां वाले ताजां वाले सतगुरु सच्चे पातशाह जी का सोहना सुंदर इतिहास चलिया होया है। सतगुरु सच्चे पातशाह जी के इतिहास दे विचों आप जी नेता प्रति सतगुरु के जीवन कौतुकां नूं किवें गुरु कीआं संगतां नूं शुभ उपदेश बख्शिश कर रहे है किवें संगतां नूं तार रहे हैं। नेता प्रति आपां रल मिल के पढ़ते सुनते हाँ जो चूड़ामणि कवि भाई साहब भाई संतोख सिंह जी ने अपनी कलम द्वारा सतगुरां की बख्शिश नूं लैंदिया होया इतिहास नूं कलमबद्ध किया है। सो अज का जो प्रसंग है सतगुर सच्चे पातशाह जी के चरणों विच मन बिरतियां नूं एकाग्र करके सरवण करिए। गुरु कीआं संगतां सतगुरु जी के चरणों दे विच कर्म निर्णय के वास्ते विनय करदियां हन बेनती करदियां हन। महाराज सच्चे पातशाह जी आप जी दे बचन ਹਨ हमेशा ही गुरबाणी ਦੇ ਵਿੱਚ आप जी अपने गुरवाਕਾਂ ਦੇ ਵਿੱਚ ਕਹਿੰਦੇ ਹੋ कि जो मनुख कर्म करता है
ਉਹਨਾਂ ਕਰਮਾਂ ਦਾ ਹੀ ਫਲ ਭੋਗਦਾ ਹੈ। ਉਹ ਕਰਮ ਫਲੀ ਭੂਤ ਹੁੰਦੇ ਹਨ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬਾਣੀ ਦੇ ਬਚਨ ਹਨ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਵੀ ਜਿਹੋ ਜਿਹਾ ਮਨੁੱਖ ਬੀਜਦਾ ਹੈ ਉਸ ਤਰ੍ਹਾਂ ਦਾ ਵੱਢਦਾ ਹੈ। ਇਹ ਕਦੇ ਨਹੀਂ ਹੁੰਦਾ ਖਾਲਸਾ ਜੀ ਕਿ ਮਨੁੱਖ ਬੀਜੇ ਕੁਝ ਹੋਰ ਅਤੇ ਵੱਢੇ ਕੁਝ ਹੋਰ। ਬਾਬਾ ਫਰੀਦ ਸਾਹਿਬ ਜੀ ਦੇ ਇੱਕ ਕਰਮ ਫਿਲਾਸਫੀ ਦੇ ਬਾਬਤ ਹੀ ਬਚਨ ਆਉਂਦੇ ਹਨ। ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜਾ ਜੱਟ ਹੰਢੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਕਹਿੰਦੇ ਕੋਈ ਕਿਸਾਨ, ਕੋਈ ਜੱਟ, ਕਹਿੰਦੇ ਉਹ ਕਿੱਕਰਾਂ ਦੇ ਬੀਜ ਬੀਜੇ ਅਤੇ ਬਾਅਦ ਵਿੱਚ ਇਹ ਆਸ਼ਾ ਕਰੇ, ਇਹ ਉਮੀਦ ਰੱਖੇ ਕਿ ਇਹਦੇ ਉੱਤੇ ਬਜੌਰ ਸ਼ਹਿਰ ਦੀਆਂ ਮਸ਼ਹੂਰ ਦਾਖਾਂ ਲੱਗ ਜਾਣ, ਐਸਾ ਫਲ ਮਿੱਠਾ ਫਲ ਪ੍ਰਾਪਤ ਕਰਨਾ ਚਾਹੇ। ਕਹਿੰਦੇ ਨਹੀਂ ਭਾਈ, ਕਿੱਕਰਾਂ ਨੂੰ ਤਾਂ ਕੰਡੇ ਹੀ ਲੱਗਣੇ ਹੈ, ਕਿੱਕਰਾਂ ਨੂੰ ਤੁੱਕੇ ਹੀ ਲੱਗਣੇ ਹੈ, ਕਦੇ ਦਾਖਾਂ ਨਹੀਂ ਲੱਗਦੀਆਂ ਹੁੰਦੀਆਂ। ਇਹ ਤਾਂ ਕਰਮਾਂ ਦਾ ਖੇਤ ਹੈ। ਜਿਸ ਪ੍ਰਕਾਰ ਦਾ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਇਹ ਸਰੀਰ ਵਿੱਚ ਰਹਿੰਦਿਆਂ ਹੋਇਆਂ ਸਰੀਰ ਰੂਪੀ ਖੇਤ ਦੇ ਵਿੱਚ ਜਿਸ ਪ੍ਰਕਾਰ ਦਾ ਬੀਜ ਅਸੀਂ ਬੀਜ ਲਿਆ ਅਤੇ ਉਸੇ ਪ੍ਰਕਾਰ ਦੇ ਫਲ ਦੀ ਸਾਨੂੰ ਪ੍ਰਾਪਤੀ ਹੋਣੀ ਆ। ਕਰਮ ਭੂਮ ਮਹਿ ਬੋ ਆਹੋ ਨਾਮ। ਸਤਿਗੁਰੂ ਜੀ ਕਹਿੰਦੇ ਕਰਮਾਂ ਦੀ ਜਿਹੜੀ ਭੂਮੀ ਹੈ ਇਹਦੇ ਵਿੱਚ ਨਾਮ ਦਾ ਬੀਜ ਬੀਜ ਲੈ। ਅਤੇ ਜੇ ਮਨੁੱਖਾ ਜਨਮ ਦੇ ਵਿੱਚ ਤੂੰ ਚੰਗੇ ਕਰਮਾਂ ਦਾ ਨਾਮ ਦਾ ਬੀਜ ਨਾ ਬੀਜਿਆ ਅਤੇ ਫਿਰ ਕਹਿੰਦੇ ਭੁੱਖਾ ਜਾਏਗਾ। ਜਦੋਂ ਤੈਨੂੰ ਭੁੱਖ ਲੱਗਣੀ ਹੈ ਨਾ, ਅੱਗੇ ਖਾਏਂਗਾ ਕੀ? ਇਹ ਜਿਹੜਾ ਮਨੁੱਖਾ ਸਰੀਰ ਵਾਹਿਗੁਰੂ ਨੇ ਬਖਸ਼ਿਆ ਹੈ, ਇਹ ਤੈਨੂੰ ਇਹ ਸਮਝ ਲੈ ਵੀ ਇਹ ਨਾਮ ਦਾ ਬੀਜ ਬੀਜਣ ਦੀ ਇੱਕ ਵੱਤ ਲੱਗੀ ਹੋਈ ਹੈ, ਵੱਤਰ ਆਇਆ ਹੋਇਆ ਹੈ। ਕਿਉਂਕਿ ਜਦੋਂ ਆਪਾਂ ਖੇਤੀ ਕਰਦੇ ਹਾਂ, ਆ ਹੁਣੇ ਕਣਕਾਂ ਵੱਢ ਕੇ ਅਤੇ ਅਗਲੀ ਫਸਲ ਦੀ ਜਿਹੜੀ ਕੋਈ ਨਰਮਾ ਬੀਜਦਾ ਹੈ, ਕੋਈ ਝੋਨਾ ਲਾਉਂਦਾ ਹੈ, ਬਿਜਾਈ ਸ਼ੁਰੂ ਹੋ ਗਈ ਹੈ ਨਾ, ਇੱਕ ਫਸਲ ਵੱਢ ਲੈਂਦਾ, ਉਸ ਤੋਂ ਬਾਅਦ ਅਗਲੀ ਫਸਲ ਖੇਤ ਨੂੰ ਸਵਾਰਦਾ ਹੈ, ਸੁਹਾਗਦਾ ਹੈ, ਚੰਗੀ ਤਰ੍ਹਾਂ ਉਹਨੂੰ ਤਿਆਰ ਕਰਦਾ ਹੈ, ਪਾਣੀ ਵਗੈਰਾ ਰੌਣੀ ਲਾ ਕੇ। ਅਤੇ ਜਦੋਂ ਵੱਤ ਆਉਂਦੀ ਹੈ, ਵੱਤ ਆਈ 'ਤੇ ਬੀਜਦੇ ਆ ਨਾ। ਜਦੋਂ ਵੱਤਰੀ ਨਾ ਹੋਵੇ, ਵੱਤ ਨਾ ਆਈ ਹੋਵੇ ਅਤੇ ਬਿਨਾਂ ਵੱਤ ਤੋਂ ਬੀਜ ਸੁੱਟ ਦੇਵੇ ਅਤੇ ਉਹ ਨਿਸਫਲ ਜਾਂਦਾ, ਵਿਅਰਥ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਨੁੱਖਾ ਜਨਮ ਦੇ ਵਿੱਚ ਨਾ, ਕਹਿੰਦੇ ਹੁਣ ਨਾਮ ਬੀਜਣ ਦੀ ਵੱਤ ਆਈ ਹੋਈ ਹੈ। ਜੇ ਕਹਿੰਦੇ ਬੀਜ ਲਏਗਾ ਅਤੇ ਚੰਗਾ ਫਲ ਪ੍ਰਾਪਤ ਕਰ ਲਏਗਾ, ਚੰਗੇ ਤੇਰੇ ਕਰਮ ਬਣ ਜਾਣਗੇ, ਤੇਰੀ ਪ੍ਰਾਲਬਧ ਚੰਗੀ ਹੋ ਜਾਏਗੀ, ਕਿਸਮਤ ਚੰਗੀ ਬਣ ਜਾਏਗੀ। ਪਰ ਜੇ ਨਹੀਂ ਬੀਜਦਾ, ਗਾਫਲ ਹੋਇਆ ਰਿਹਾ, ਆਲਸੀ ਰਿਹਾ, ਰੱਬ ਦੇ ਪਿਆਰਿਆਂ ਦਾ ਜਨ ਭਗਤਨ ਕੋ ਕਹਿਓ ਨਾ ਮਾਨੋ ਕਿਉ ਆਪਣੋ ਪਈ ਹੈ, ਫਿਰ ਕਹਿੰਦੇ ਆਪਣਾ ਕੀਤਾ ਪਾਵੇਗਾ। ਸਤਿਗੁਰੂ ਦੀ ਬਾਣੀ ਦੇ ਵਚਨ ਹਨ, ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਕਹਿੰਦੇ ਜੇ ਨਾਮ ਬੀਜਣ ਦੀ ਜਦੋਂ ਵੱਤ ਆਈ ਹੋਵੇ ਉਦੋਂ ਨਾ ਬੀਜਿਆ ਅਤੇ ਫਿਰ ਜਿਹੜਾ ਕਿਸਾਨ ਵੱਤ ਆਈ 'ਤੇ ਨਾ ਬੀਜੇ ਅਤੇ ਉਹਨੇ ਭੁੱਖਾ ਹੀ ਮਰਨਾ ਭਾਈ, ਅਗਾਂਹ ਨੂੰ ਕੀ ਖਾਊਗਾ? ਫਸਲ ਬੀਜਣ ਦੀ ਵੱਤ ਲੰਘਾ ਦਿੱਤੀ ਅਤੇ ਉਹ ਬੇਵੱਤਾ ਬੀਜਿਆ ਹੋਇਆ ਕਦੇ ਉੱਗੇਗਾ? ਉਹ ਜੰਮੇਗਾ, ਉਹਦੇ ਬੂਟੇ ਉੱਗਣਗੇ, ਕੋਈ ਉਹਨਾਂ 'ਤੇ ਫਲ ਲੱਗਣਗੇ? ਨਹੀਂ। ਅਤੇ ਜੇ ਵੱਤ ਲੰਘ ਗਈ ਫਿਰ ਵੀ ਕੋਈ ਫਾਇਦਾ ਨਹੀਂ। ਜੇ ਵੱਤ ਤੋਂ ਪਹਿਲਾਂ ਬੀਜਣਾ ਚਾਹੇ ਤਾਂ ਫਿਰ ਵੀ ਨਹੀਂ ਹੋ ਸਕਦਾ। ਇਸ ਕਰਕੇ ਪੂਰਨ ਤਰੀਕੇ ਦੇ ਨਾਲ, ਪੂਰਨ ਵਿਧੀ ਦੇ ਨਾਲ ਜਿਹੜੇ ਕਿਸਾਨ ਵੀਰ ਖੇਤੀ ਕਰਦੇ ਆ ਉਹ ਵੱਤ ਆਈ ਤੋਂ ਬੀਜਦੇ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨਾਮ ਬੀਜਣ ਦੀ ਵੱਤ ਹੈ। ਜੇ ਨਾ ਬੀਜਿਆ, ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਇਹ ਤਾਂ ਜਿਸ ਤਰ੍ਹਾਂ ਦੇ ਤੂੰ ਕਰਮ ਕਰ ਲਏਗਾ ਉਸ ਤਰ੍ਹਾਂ ਦਾ ਵੱਢ ਲਏਗਾ। ਅਤੇ ਇਹ ਕਰਮ ਕਿਵੇਂ ਫਲੀਭੂਤ ਹੁੰਦੇ ਹੈ, ਐਸੀਆਂ ਬੇਨਤੀਆਂ ਗੁਰੂ ਕੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਕਰ ਰਹੀਆਂ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਉੱਤਰ ਦੇਣ ਦੀ ਬਜਾਏ ਭਾਈ ਦਇਆ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਮੁਖੀ ਪਹਿਲੇ ਪ੍ਰਥਮ ਸਿੰਘ ਹਨ, ਉਹਨਾਂ ਦੀ ਜ਼ਿੰਮੇਵਾਰੀ ਲਾਉਣਗੇ, ਉਹਨਾਂ ਦੀ ਡਿਊਟੀ ਲਾਉਣਗੇ। ਪਿਆਰੇ ਭਾਈ ਦਇਆ ਸਿੰਘ ਜੀ
ਜਿਵੇਂ ਗੁਰੂ ਕੀਆਂ ਸੰਗਤਾਂ ਦੇ ਸ਼ੰਕੇ ਨੂੰ ਨਿਵਰਤ ਕਰਨਗੇ। ਸੋ ਆਓ ਬੜੇ ਪਿਆਰ ਦੇ ਨਾਲ ਅੱਜ ਦੇ ਪ੍ਰਸੰਗ ਵਿੱਚ ਸਰਵਣ ਕਰੀਏ ਜੀ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਦਾ ਨਿੱਤਾ ਪ੍ਰਤੀ ਦੀਵਾਨ ਸਜਦਾ ਹੈ, ਦਰਬਾਰ ਲੱਗਦਾ ਹੈ। ਸਤਿਗੁਰੂ ਜੀ ਦੀ ਸਭਾ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਆ ਕੇ ਸ਼ੁਭਾਇਮਾਨ ਹੁੰਦੇ ਆ। ਜਿਵੇਂ ਹੁਣ ਆਪਾਂ ਸੰਗਤ ਰੂਪ ਵਿੱਚ ਬੈਠੇ ਆ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਸ਼ ਹਨ, ਸਾਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰ ਰਹੇ ਹੈ। ਇਸੇ ਤਰ੍ਹਾਂ ਬੇਅੰਤ ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੰਘ, ਗੁਰੂ ਕਾ ਖਾਲਸਾ, ਜਿਵੇਂ ਆਪ ਜੀ ਆਪਾਂ ਸਾਰੇ ਬੈਠੇ ਹਾਂ, ਇਵੇਂ ਆ ਕੇ ਸਤਿਗੁਰੂ ਜੀ ਦੇ ਇਰਦ ਗਿਰਦ ਬਹਿੰਦੇ ਆ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬਹਿੰਦੇ ਹਨ। ਨਿੱਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਸਿੱਖੀ ਦੀ ਰਹਿਣੀ ਖਾਲਸਾ ਰਹਿਤ ਹੈ, ਜੋ ਕਿਵੇਂ ਗੁਰੂ ਕੇ ਸਿੱਖ ਨੂੰ ਰਹਿਣਾ ਚਾਹੀਦਾ, ਕਿਸ ਤਰ੍ਹਾਂ ਦਾ ਜੀਵਨ ਬਸਰ ਕਰਨਾ ਚਾਹੀਦਾ ਹੈ, ਕਿਹੜੀਆਂ ਕੁਰੈਤਾਂ ਤੋਂ ਬਚਣਾ ਹੈ, ਕਿਹੜੀਆਂ ਰਹਿਤਾਂ ਨੂੰ ਰੱਖਣਾ, ਇਹ ਸਭ ਕੁਝ ਨਿੱਤਾ ਪ੍ਰਤੀ ਗੁਰੂ ਕੀਆਂ ਸੰਗਤਾਂ ਨੂੰ ਦੱਸਦੇ ਹਨ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਭਗਤੀ ਦੇ ਬਚਨ ਕਰਦੇ ਨੇ ਔਰ ਗਿਆਨ ਦੀ ਵਾਰਤਾ ਕਥਾ ਦੱਸਦੇ ਹਨ, ਗੁਰੂ ਕੀਆਂ ਸੰਗਤਾਂ ਨੂੰ ਸਮਝਾਉਂਦੇ ਆ ਬ੍ਰਹਮ ਗਿਆਨ ਤੱਕ ਕਿਵੇਂ ਪਹੁੰਚਣਾ ਹੈ। ਉਹਨਾਂ ਨੂੰ ਸਾਰੀਆਂ ਸੰਗਤਾਂ ਸਾਰੇ ਗੁਰੂ ਕੇ ਸਿੱਖ, ਸਾਰੇ ਖਾਲਸੇ ਬੜੇ ਧਿਆਨ ਦੇ ਨਾਲ ਹਮੇਸ਼ਾ ਹੀ ਚਿੱਤ ਲਾ ਕੇ, ਕਿਉਂਕਿ ਇਹ ਨਹੀਂ ਕਿ ਉਹਨਾਂ ਦਾ ਤਨ ਉੱਥੇ ਹਾਜ਼ਰ ਹੈ, ਮਨ ਹਾਜ਼ਰ ਨਹੀਂ, ਉਹ ਮਨ ਵੀ ਉੱਥੇ ਹਾਜ਼ਰ ਕਰਦੇ ਹੈ। ਚਿੱਤ ਲਾ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਕਾਗਰਤਾ ਦੇ ਸਹਿਤ ਚਿੱਤ ਲਾ ਕੇ, ਮਨ ਲਾ ਕੇ, ਪੂਰੀ ਭਾਵਨਾ ਦੇ ਨਾਲ ਗੁਰੂ ਕੇ ਵਚਨਾਂ ਨੂੰ ਸਰਵਣ ਕਰਦੇ ਹਨ। ਇੱਕ ਦਿਨ ਗੁਰੂ ਕੀਆਂ ਸੰਗਤਾਂ ਨੇ ਹੱਥ ਜੋੜੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਪੁੱਛਣ ਲੱਗੇ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਕਲਗੀਆਂ ਵਾਲੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਿਤਾ ਜੀਓ, ਜਿਹੜਾ ਪ੍ਰਾਣੀ ਹੈ, ਪ੍ਰਾਣਾ ਧਾਰੀ ਜੀਵ ਹੈ। ਪ੍ਰਾਣੀ ਕਹਿੰਦੇ ਆ ਜਿਹਦੇ ਵਿੱਚ ਪ੍ਰਾਣ ਚੱਲਦੇ ਆ, ਸਾਹ ਚੱਲਦੇ ਆ, ਉਹਨੂੰ ਪ੍ਰਾਣੀ ਕਿਹਾ ਜਾਂਦਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਮਰ ਰੂਪੀ ਰਾਤ ਬਤੀਤ ਹੁੰਦੀ ਜਾ ਰਹੀ ਹੈ। ਇਹ ਪ੍ਰਾਣਾ ਧਾਰੀ ਜੀਵ, ਤੂੰ ਕਿਹੜੇ ਪੁੱਠੇ ਕੰਮੀ ਲੱਗਿਆ ਹੋਇਆ ਹੈ? ਜਿਹੜੇ ਕੰਮ ਵਾਸਤੇ ਉਹ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਭੇਜਿਆ, ਕਿਸ ਕਾਰਜ ਵਾਸਤੇ ਭੇਜਿਆ? ਆਇਓ ਸੁਨਨ ਪੜ੍ਹਨ ਕੋ ਬਾਣੀ, ਪਰ ਕਰ ਕੀ ਰਿਹਾ? ਕਹਿੰਦੇ ਨਾਮ ਵਿਸਾਰ ਲੱਗਾ ਹੈ ਅਨ ਲਾਲਚ, ਹੋਰਨਾਂ ਲਾਲਚਾਂ ਵਿੱਚ ਲੱਗ ਰਿਹਾ। ਜਿਸ ਲਾਲਚ ਵਿੱਚ ਲੱਗਣਾ ਚਾਹੀਦਾ ਸੀ, ਆਪਾਂ ਕਹਿੰਦੇ ਆ ਨਾ, ਸਤਿਗੁਰ ਨੇ ਕਿਹਾ ਵੀ ਕਾਮ ਤੋਂ ਬਚ ਕੇ ਰਹੋ, ਕ੍ਰੋਧ ਤੋਂ ਬਚੋ, ਮੋਹ ਤੋਂ ਬਚੋ, ਲੋਭ ਲਾਲਚ ਤੋਂ ਬਚੋ। ਸਤਿਗੁਰ ਨੇ ਅਨ ਲਾਲਚਾਂ ਤੋਂ ਬਚਣ ਵਾਸਤੇ ਕਿਹਾ। ਇੱਕ ਲਾਲਚ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਵੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੂੰ ਆਪਾਂ ਕਹਿੰਦੇ ਆ ਕੋਈ ਲਾਲਚ ਨਹੀਂ ਸੀ, ਪਰ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਲਾਲਚ ਹੈ। ਉਹ ਕੀ ਲਾਲਚ ਹੈ? ਕਿਸ ਪ੍ਰਕਾਰ ਦੇ ਲਾਲਚੀ ਸਨ ਸਾਡੇ ਸਤਿਗੁਰੂ ਜੀ? ਸਤਿਗੁਰੂ ਜੀ ਕਹਿੰਦੇ ਜਬ ਆਪ ਕੀ, ਜਿਹੜਾ ਸ਼ਬਦ ਆਉਂਦਾ ਨਾ, ਦੇਹ ਸਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਆਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਅਤੇ ਇਸ ਸ਼ਬਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਕਹਿੰਦੇ ਮੈਨੂੰ ਲਾਲਚ ਆ। ਉਹ ਕਿਹੜਾ ਲਾਲਚ? ਕਹਿੰਦੇ ਇਹ ਲਾਲਚ ਹਾਓ ਗੁਣ ਤਾਓ ਉਚਰੋਂ, ਮੈਂ ਤੇਰੇ ਗੁਣਾਂ ਨੂੰ ਉਚਾਰਨ ਕਰਦਾ ਰਾਹ ਪਰਮੇਸ਼ਰ, ਮੈਨੂੰ ਇਹ ਲਾਲਚ ਹੈ। ਇਸ ਪ੍ਰਕਾਰ ਦਾ ਲਾਲਚ ਭਾਈ ਕਰੋ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗਾ ਹੈ ਅਨ ਲਾਲਚ। ਅਨ ਲਾਲਚਾਂ ਨੂੰ, ਹੋਰ ਲਾਲਚਾਂ ਨੂੰ ਤਿਆਗ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦੇ ਲਾਲਚ ਨੂੰ ਤੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ। ਅਤੇ ਜੇ ਨਹੀਂ ਧਾਰਨ ਕਰਦਾ ਤਾਂ ਕਹਿੰਦੇ ਬਿਰਥਾ ਜਨਮ ਪ੍ਰਾਣੀ, ਹੈ ਪ੍ਰਾਣਾ ਧਾਰੀ ਜੀਵ, ਤੇਰਾ ਜਿਹੜਾ ਜਨਮ ਆ ਨਾ, ਇਹ ਬਿਰਥਾ ਜਾ ਰਿਹਾ, ਨਿਸਫਲ ਜਾ ਰਿਹਾ, ਅਕਾਰਥ ਜਾ ਰਿਹਾ, ਬੇਵਜ੍ਹਾ ਬਤੀਤ ਹੋ ਰਿਹਾ। ਇਸ ਕਰਕੇ ਇਹ ਜੀਵਨ ਜਿਉਣ ਦੀ, ਇਹ ਜ਼ਿੰਦਗੀ ਜਿਉਣ ਦੀ ਕੋਈ ਨਾ ਕੋਈ ਵਜ੍ਹਾ ਦਿੱਤੀ ਆ ਵਾਹਿਗੁਰੂ ਪਰਮੇਸ਼ਰ ਨੇ, ਕਿ ਇਸ ਜਨਮ ਦੇ ਵਿੱਚ ਆ ਕੇ ਤੂੰ ਸ਼ੁਭ ਕਰਮ ਕਰ। ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਸ਼ੁਭ ਕਰਮ ਕਰ, ਉਹਨਾਂ ਤੋਂ ਕਦੇ ਟਾਲਾ ਨਾ ਵੱਟ।
ਔਰ ਜਿਸ ਪ੍ਰਕਾਰ ਦੇ ਤੂੰ ਕਰਮ ਕਰੇਗਾ, ਕਰਮਾਂ ਨੇ ਫਿਰ ਫਲੀਭੂਤ ਹੋਣਾ ਹੈ। ਕਰਮ ਜਿਹੜੇ ਹੈ ਇਹ ਤੈਨੂੰ ਫਲ ਦੇਣਗੇ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਇਹ ਕਰਮਾਂ ਦੇ ਆਸਰੇ ਤੇਰੀ ਕਿਸਮਤ, ਤੇਰੀ ਪ੍ਰਾਲਬਧ ਬਣਨੀ ਹੈ, ਅਤੇ ਉਹ ਪ੍ਰਾਲਬਧ ਦੇ ਮੁਤਾਬਕ ਹੀ ਤੈਨੂੰ ਅਗਲਾ ਜਨਮ ਮਿਲਣਾ, ਅਗਲੀ ਜਾਤੀ ਮਿਲਣੀ ਹੈ। ਸੋ ਅਗਲੇ ਜਨਮ ਦੇ ਵਿੱਚ ਤੈਨੂੰ ਪਦਾਰਥਾਂ ਦਾ ਭੋਗ ਉਸ ਪ੍ਰਕਾਰ ਦਾ ਮਿਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਕੀਆਂ ਸੰਗਤਾਂ ਬੇਨਤੀਆਂ ਕਰਨ ਲੱਗੀਆਂ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਬਚਨ ਹਨ ਕਿ ਪ੍ਰਾਣੀ ਜਿਹੜਾ ਪ੍ਰਾਣਾਧਾਰੀ ਜੀਵ ਹੈ, ਇਹ ਕਰਮਾਂ ਦਾ ਬੰਨ੍ਹਿਆ ਹੋਇਆ ਇਹ ਸੰਸਾਰ ਦੇ ਵਿੱਚ ਆਉਂਦਾ ਹੈ, ਔਰ ਕਰਮਾਂ ਦੇ ਮੁਤਾਬਕ ਉਹਨੂੰ ਪ੍ਰਾਲਬਧ ਮਿਲਦੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਐਸੇ ਜਿਹੜੇ ਘੋਰ ਇਹ ਬਹੁਤ ਭਿਆਨਕ ਕਰਮ ਹਨ, ਇਹਨਾਂ ਦੇ ਬੰਧਨਾਂ ਦੇ ਵਿੱਚ ਜੀਵ ਕਿਵੇਂ ਪੈ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਇਹ ਕਰਮਾਂ ਦੀ ਬਾਬਤ ਨਿਰਣਾ ਕਰਕੇ ਆਪ ਜੀ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਨਖੇਰ ਕੇ ਸਪਸ਼ਟ ਕਰਕੇ ਸਾਨੂੰ ਦੱਸੋ ਜੀ। ਅਤੇ ਮਹਾਰਾਜ ਜਿਹੜੇ ਕਰਮਾਂ ਦਾ ਨਿਰਣਾ ਆਪ ਜੀ ਕਰੋਗੇ ਨਾ, ਉਹਨੂੰ ਅਸੀਂ ਸੁਣਾਂਗੇ, ਅਤੇ ਉਹਨੂੰ ਸੁਣ ਕੇ ਜਦੋਂ ਅਸੀਂ ਜਾਣ ਲਵਾਂਗੇ, ਸਾਨੂੰ ਗਿਆਤ ਹੋ ਜਾਵੇਗੀ ਕਰਮਾਂ ਦੀ ਗਤੀ ਦੀ, ਕਿ ਕਰਮ ਕਿਵੇਂ ਬਣਦੇ ਹੈ, ਕਿਵੇਂ ਫਲੀਭੂਤ ਹੁੰਦੇ ਆ। ਅਸੀਂ ਸ਼ੁਭ ਕਰਮ ਕਰਨ ਲੱਗ ਜਾਵਾਂਗੇ, ਅਤੇ ਜਿਸ ਕਰਕੇ ਬਚਾਵਨ ਸਾਡਾ ਬਚਾਅ ਹੋ ਜਾਵੇ। ਉਸ ਵੇਲੇ ਸ਼ੁਭਾਇਮਾਨ ਮੁਖਾਰਬਿੰਦ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਰੀਆਂ ਸੰਗਤਾਂ ਤਾਂ ਹੀ ਆਖਿਆ, ਕਹਿੰਦੇ ਖਾਲਸਾ ਜੀ ਭਾਈ ਦਇਆ ਸਿੰਘ ਜੀ ਜਿਹੜੇ 5 ਪਿਆਰਿਆਂ ਵਿੱਚੋਂ ਪਹਿਲੇ ਮੁੱਢਲੇ ਸਿੱਖ ਹਨ, ਪ੍ਰਥਮ ਪਿਆਰੇ ਹਨ, ਕਹਿੰਦੇ ਇਹ ਬੜੇ ਸੂਝਵਾਨ ਹਨ, ਅਤੇ ਇਹਨਾਂ ਨੂੰ ਮੇਰਾ ਰੂਪ ਹੀ ਜਾਣੋ, ਦਇਆ ਸਿੰਘ ਮਮ ਰੂਪ ਉਦਾਰਾ। ਅਤੇ ਇਹ ਭਾਈ ਦਇਆ ਸਿੰਘ ਜੀ ਬੜੇ ਸ੍ਰੇਸ਼ਟ ਗੁਰਸਿੱਖ ਹਨ। ਕਹਿੰਦੇ ਭਾਈ ਜਿਹੜਾ ਵੀ ਪ੍ਰਸ਼ਨ ਤੁਸੀਂ ਕਰਨਾ, ਜਿਹੜਾ ਵੀ ਤੁਹਾਡੇ ਮਨ ਦਾ ਸ਼ੰਕਾ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ, ਕਹਿੰਦੇ ਜਿਵੇਂ ਵੀ ਤੁਹਾਡੀ ਰੁਚੀ ਹੈ, ਜਿਵੇਂ ਤੁਹਾਡਾ ਮਨ ਮੰਨਦਾ ਹੈ, ਉਸ ਪ੍ਰਕਾਰ ਭਾਈ ਦਇਆ ਸਿੰਘ ਜੀ ਨੂੰ ਕਰ ਲਵੋ। ਸੋਏ ਕਹਿੰਦੇ ਉਹ ਭਾਈ ਦਇਆ ਸਿੰਘ ਜੀ ਹਨ ਜਿਹੜੇ ਕਹਿੰਦੇ ਉਸੇ ਪ੍ਰਕਾਰ ਯਥਾਰਥ ਉੱਤਰ ਤੁਹਾਨੂੰ ਦੇਣਗੇ, ਤੁਹਾਡੀ ਤਸੱਲੀ ਕਰਵਾਉਣਗੇ। ਇਸ ਪ੍ਰਕਾਰ ਕਹਿ ਕੇ ਬਚਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਭਾ ਵਿੱਚੋਂ ਉੱਠੇ ਅਤੇ ਆਪਣਾ ਜੋ ਆਰਾਮ ਆਸਣ ਸੀ, ਰਹਿਸ਼ੀ ਮਕਾਨ ਸੀ, ਉਸ ਦੇ ਅੰਦਰ ਚਲੇ ਗਏ। ਬਾਕੀ ਬਈ ਜਿਹੜੀ ਸੰਗਤ ਸੀ, ਬਾਕੀ ਦੇ ਜਿਹੜੇ ਖਾਲਸੇ ਸੀ, ਉਹ ਸੰਗਤ ਰੂਪ ਦੇ ਵਿੱਚ ਉਸੇ ਤਰ੍ਹਾਂ ਦਰਬਾਰ ਵਿੱਚ ਜੁੜ ਕੇ ਬੈਠੇ ਰਹੇ। ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਭਾਈ ਦਇਆ ਸਿੰਘ ਜੀ ਨੇ ਮੰਨਿਆ, ਅਤੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਨਿਰਣਾ ਕਰਨ ਦੇ ਲਈ, ਇਸ ਨੂੰ ਸਪਸ਼ਟ ਰੂਪ ਵਿੱਚ ਕਰਮਾਂ ਦੀ ਗਤੀ ਨੂੰ ਸੰਗਤਾਂ ਨੂੰ ਦੱਸਣ ਦੇ ਲਈ, ਗਿਆਤ ਕਰਾਉਣ ਦੇ ਲਈ ਉਧਰ ਧਿਆਨ ਦਿੱਤਾ, ਉਧਰ ਚਿੱਤ ਦਿੱਤਾ ਆਪਣਾ। ਜਦੋਂ ਸੰਗਤਾਂ ਨੇ ਆਖਿਆ ਵੀ ਗੁਰੂ ਮਹਾਰਾਜ ਜੀ ਨੇ ਆਪ ਜੀ ਦੀ ਡਿਊਟੀ ਲਾਈ ਹੈ, ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਜੀ, ਆਪ ਜੀ ਸਾਨੂੰ ਇਹ ਕਰਮਾਂ ਦੀ ਬਾਬਤ ਖੋਲ੍ਹ ਕੇ ਦੱਸੋ, ਵਿਸਥਾਰ ਸਹਿਤ ਦੱਸੋ। ਤਾਂ ਉਸ ਵੇਲੇ ਭਾਈ ਦਇਆ ਸਿੰਘ ਜੀ ਸੰਗਤਾਂ ਨੂੰ ਸੰਬੋਧਨ ਹੋ ਕੇ ਬੋਲੇ। ਬੜੀ ਨਿਮਰਤਾ ਦੇ ਵਿੱਚ ਹੱਥ ਜੋੜ ਕੇ ਭਾਈ ਦਇਆ ਸਿੰਘ ਕਹਿਣ ਲੱਗੇ, ਕਹਿੰਦੇ ਭਾਈ ਸਤਿਗੁਰੂ ਜੀ ਨੇ ਮੇਰੀ ਡਿਊਟੀ ਤਾਂ ਲਾ ਦਿੱਤੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਸਰਵ ਪ੍ਰਕਾਰ ਕਰਕੇ ਸਰਬੱਗ ਹੈ। ਸਾਰਾ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪ ਨੂੰ ਹੀ ਹੈ। ਸਤਿਗੁਰੂ ਜੀ ਆਪ ਸਭ ਕੁਝ ਜਾਣੀ ਜਾਣ ਹਨ, ਸਭ ਕਾਸੇ ਦੇ ਗਿਆਤਾ ਹਨ। ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਣੀ। ਆਪਣੇ ਵਰਗਾ ਕੋਈ ਸਿੱਖ ਹੁੰਦਾ ਅਤੇ ਉਹਦੀ ਡਿਊਟੀ ਮਹਾਰਾਜ ਸੱਚੇ ਪਾਤਸ਼ਾਹ ਲਾ ਦਿੰਦੇ ਵੀ ਇਹਨੂੰ ਸਭ ਕੁਝ ਪਤਾ, ਇਹ ਤੁਹਾਡੇ ਉੱਤਰ ਦੇਊਗਾ, ਅਤੇ ਉਹਨੇ ਚੌੜਾ ਹੋ ਕੇ ਬਹਿ ਜਾਣਾ ਸੀ ਵੀ ਹਾਂ ਵੀ ਆਓ ਮੈਂ ਤੁਹਾਡੇ ਉੱਤਰ ਦਿੰਦਾ। ਪਰ ਭਾਈ ਦਇਆ ਸਿੰਘ ਜੀ ਵੇਖੋ ਕਿੰਨੀ ਨਿਮਰਤਾ। ਸਤਿਗੁਰੂ ਜੀ ਕਹਿ ਗਏ ਕਿ ਮੇਰਾ ਰੂਪ ਹੈ ਔਰ ਸ੍ਰੇਸ਼ਟ ਗੁਰੂ ਕਾ ਸਿੱਖ ਹੈ, ਫਿਰ ਵੀ ਨਿਮਰਤਾ ਦੇ ਵਿੱਚ ਆ ਕੇ, ਨਿਮਰਤਾ ਭਾਵ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਭਾਈ ਸਰਬ ਪ੍ਰਕਾਰ ਕਰਕੇ ਤਾਂ ਹਰ ਪ੍ਰਕਾਰ ਕਰਕੇ ਗੁਰੂ ਹੀ ਸਰਬੱਗ ਹੈ।
ਸਭ ਗਿਆਨ ਦੇ ਦਾਤਾ ਹਨ, ਸਭ ਪ੍ਰਕਾਰ ਦਾ ਗਿਆਨ ਜਾਣਨ ਵਾਲੇ ਹਨ। ਕਹਿੰਦੇ ਭਾਈ ਸਤਿਗੁਰੂ ਜੀ ਨੇ ਤਾਂ ਐਵੇਂ ਕਹਿੰਦੇ ਮੈਨੂੰ ਇਹ ਮਾਣ ਵਡਿਆਈ ਦੇਤੀ ਬਸ ਕਹਿ ਕੇ, ਉਹਨਾਂ ਦੀ ਮੌਜ ਹੈ। ਪਰ ਮੈਂ ਉਹਨਾਂ ਦੇ ਅੱਗੇ ਕਹਿੰਦੇ ਕੋਈ ਉਹਨਾਂ ਦੇ ਹੁੰਦਿਆਂ ਸੁਣਦਿਆਂ ਕਹਿੰਦੇ ਕੋਈ ਤੁਹਾਨੂੰ ਗਿਆਨ ਦੀ ਗੱਲ ਦੱਸਾਂ, ਇਹ ਤਾਂ ਕਹਿੰਦੇ ਵੀ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਗੱਲ ਹੈ। ਜਿਵੇਂ ਸੂਰਜ ਚਮਕਦਾ ਹੋਵੇ ਤੇ ਦੀਵਾ ਲਾ ਕੇ ਉਹਦੇ ਸਾਹਮਣੇ ਆਪਾਂ ਕਰੀਏ ਤੇ ਦੀਵੇ ਦੀ ਲਾਈਟ ਸੂਰਜ ਦੇ ਸਾਹਮਣੇ ਕੀ ਹੈ। ਇਸੇ ਤਰ੍ਹਾਂ ਗੁਰੂ ਗਿਆਨ ਦਾ ਸੂਰਜ ਹੈ। ਤੇ ਜੇ ਕੋਈ ਸਿੱਖ ਕਹੇ ਵੀ ਮੈਂ, ਕੋਈ ਕਥਾਵਾਚਕ ਆਖੇ ਵੀ ਮੈਂ ਬਹੁਤ ਕੁਝ ਜਾਣਦਾ, ਮੈਂ ਸੁਣਾ ਸਕਦਾ, ਰਾਗੀ ਕਹੇ ਵੀ ਮੈਂ ਬੜਾ ਸ਼ਬਦ ਗਾਇਨ ਕਰ ਸਕਦਾ, ਪਾਠੀ ਕਹੇ ਵੀ ਮੈਨੂੰ ਬੜਾ ਸ਼ੁੱਧ ਪਾਠ ਆਉਂਦਾ, ਜਾਂ ਸੰਗਤ ਦੇ ਵਿੱਚ ਬੈਠਾ ਕੋਈ ਕਹੇ ਵੀ ਮੈਨੂੰ ਬੜਾ ਗਿਆਨ ਹੋ ਗਿਆ ਜੀ, ਮੇਰੇ 'ਚ ਬੜੀ ਸ਼ਰਧਾ ਭਾਵਨਾ ਆ ਗਈ, ਇਹ ਤਾਂ ਫਿਰ ਜਿਵੇਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ, ਉਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਸਮਰੱਥ ਨਹੀਂ ਜਾਣਦੇ। ਹਮੇਸ਼ਾ ਮਨ ਵਿੱਚ ਭਾਵਨਾ ਇਹ ਰੱਖਣੀ ਹੈ, ਵਡਿਆਈ ਜਿੰਨੀ ਵੱਡੀ ਮਰਜ਼ੀ ਮਿਲ ਜਾਏ ਪਰ ਭਾਵਨਾ ਇਹ ਹੋਣੀ ਚਾਹੀਦੀ ਹੈ ਮੈਂ ਕੁਝ ਨਹੀਂ, ਜੋ ਕੁਝ ਹੈ ਜੋ ਕਰਾ ਰਿਹਾ ਉਹ ਵਾਹਿਗੁਰੂ ਪਰਮੇਸ਼ਰ ਆਪ ਕਰਾ ਰਿਹਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮੇਰਾ ਕੀ ਹੈ, ਮੇਰਾ ਕੁਝ ਵੀ ਨਹੀਂ। ਭਾਈ ਦਇਆ ਸਿੰਘ ਜੀ ਉਸ ਵੇਲੇ ਕਹਿਣ ਲੱਗੇ, ਕਹਿੰਦੇ ਭਾਈ ਗੁਰੂ ਕੇ ਖਾਲਸਾ ਜੀ, ਗੁਰੂ ਸਾਹਿਬ ਸਰਬ ਪ੍ਰਕਾਰ ਕਰਕੇ ਸਰਬੱਗ ਹਨ, ਸਾਰਾ ਗਿਆਨ ਦਾ ਉਹਨਾਂ ਦੇ ਕੋਲ ਚਾਨਣਾ ਹੈ, ਸਭ ਕੁਝ ਉਹਨਾਂ ਨੂੰ ਪਤਾ ਹੈ। ਤੇ ਮੈਂ ਉਹਨਾਂ ਦੇ ਅੱਗੇ ਕੁਝ ਕਹਾਂ ਜਾਂ ਮੈਂ ਉਹਨਾਂ ਦੇ ਅੱਗੇ ਕਹਿੰਦੇ ਕੀ ਹੈ, ਕਹਿੰਦੇ ਮੈਂ ਤਾਂ ਅਲਪੱਗ ਹਾਂ, ਅਲਪ ਬੁੱਧੀ ਵਾਲਾ ਹਾਂ, ਬਹੁਤ ਛੋਟੀ ਮੱਤ ਵਾਲਾ ਹਾਂ। ਹਾਂ ਕਹਿੰਦੇ ਮੈਂ ਤਾਂ ਭਾਈ ਉਸੇ ਤਰ੍ਹਾਂ ਹੀ ਬੋਲਾਂਗਾ ਜਿਵੇਂ ਸਤਿਗੁਰੂ ਜੀ ਨੇ ਮੱਤ ਬਖਸ਼ੀ, ਜਿਵੇਂ ਉਹ ਬੁਲਾਉਣਗੇ। ਕਿਉਂਕਿ ਸਟੇਜ ਦੇ ਉੱਤੇ ਜਦੋਂ ਕੋਈ ਬੁਲਾਰਾ ਬੋਲਦਾ ਨਾ, ਉਹ ਕਦੇ ਵੀ ਆਪਣੇ ਕੋਲੋਂ ਕੁਝ ਨਹੀਂ ਬੋਲ ਸਕਦਾ, ਤਾਂ ਗੁਰੂ ਜਿਵੇਂ ਬੁਲਾਵੇ ਉਵੇਂ ਗੁਰਮੁਖ ਪਿਆਰਿਓ ਬੋਲਿਆ ਜਾਂਦਾ ਹੈ। ਅਤੇ ਇਸੇ ਕਰਕੇ ਆਪਾਂ ਆਰੰਭਤਾ ਦੇ ਵਿੱਚ ਵੀ ਬੇਨਤੀ ਇਹੀ ਕਰਦੇ ਹੁੰਦੇ ਹਾਂ ਨਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਜਿਉਂ ਬੁਲਾਵਹਿ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ, ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਜਿਵੇਂ ਬੁਲਾਓਗੇ ਉਸੇ ਪ੍ਰਕਾਰ ਮੈਂ ਬੋਲਾਂਗਾ। ਮੇਰੇ ਵਿੱਚ ਕੋਈ ਸਮਰੱਥਾ ਨਹੀਂ, ਮੇਰੇ ਵਿੱਚ ਕੋਈ ਤਾਕਤ ਨਹੀਂ ਕਿ ਮੈਂ ਆਪਣੇ ਕੋਲੋਂ ਕਹਿ ਸਕਾਂ। ਇਸੇ ਤਰ੍ਹਾਂ ਭਾਈ ਦਇਆ ਸਿੰਘ ਜੀ ਕਹਿੰਦੇ ਖਾਲਸਾ ਜੀ, ਸਤਿਗੁਰੂ ਜੀ ਮੇਰੀ ਜ਼ਿੰਮੇਵਾਰੀ ਲਾ ਗਏ, ਉਹਨੂੰ ਮੈਂ ਸਤ ਵਚਨ ਕਰਕੇ ਮੰਨਦਾ ਹੈ, ਪਰ ਜੋ ਕੁਝ ਮੈਂ ਕਹਾਂਗਾ ਨਾ ਇਹਨੂੰ ਸਤਿਗੁਰੂ ਦੇ ਵਚਨ ਹੀ ਜਾਣਿਓ, ਕਿਉਂਕਿ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਸਕਦਾ। ਜਿਵੇਂ ਉਹ ਬੁਲਾਉਣਗੇ, ਜਿੰਨੀ ਉਹ ਮੱਤ ਬਖਸ਼ਿਸ਼ ਕਰਨਗੇ, ਉਸੇ ਪ੍ਰਕਾਰ ਆਪ ਜੀ ਦੇ ਸਾਹਮਣੇ ਬੋਲਾਂਗਾ। ਫਿਰ ਇੱਕ ਦ੍ਰਿਸ਼ਟਾਂਤ ਦਿੰਦੇ ਆ, ਉਦਾਹਰਨ ਦਿੰਦੇ ਆ, ਕਹਿੰਦੇ ਜਿਹੜੇ ਨਾਟਕ ਪੁਰਸ਼ ਹੁੰਦੇ ਆ ਨਾ, ਤਮਾਸ਼ਾ ਵਿਖਾਉਣ ਵਾਲੇ, ਕਹਿੰਦੇ ਉਹ ਲੱਕੜ ਦੀਆਂ ਪੁਤਲੀਆਂ ਨੂੰ ਉਹ ਤਾਰ ਜੀ ਫੜ ਕੇ ਜਿਵੇਂ ਨਚਾਉਂਦੇ ਆ, ਕਹਿੰਦੇ ਉਹ ਪੁਤਲੀਆਂ ਦੇ ਆਪਣੇ ਹੱਥ ਵੱਸ ਕੁਝ ਨਹੀਂ ਹੁੰਦਾ, ਉਹ ਤਾਰ ਜੀ ਧਾਗਾ ਜਾਂ ਜਿੱਧਰ ਨੂੰ ਹਿਲਾ ਦਿੰਦੇ, ਉੱਧਰ ਨੂੰ ਉਹ ਹਿੱਲਣ ਲੱਗ ਪੈਂਦੀਆਂ, ਜਿੱਧਰ ਨੂੰ ਨਚਾਉਣਾ ਚਾਹੇ ਸੋ ਉੱਧਰ ਨੂੰ ਹੀ ਨੱਚਣ ਲੱਗ ਪੈਂਦੀਆਂ ਹਨ। ਤੇ ਕਹਿੰਦੇ ਜਿਹੜੀ ਉੱਥੋਂ ਆਵਾਜ਼ ਆਉਂਦੀ ਹੁੰਦੀ ਆ, ਉਹ ਪੁਤਲੀਆਂ ਜਿਹਾਂ ਨੂੰ ਆਪਸ ਦੇ ਵਿੱਚ ਲੜਾ ਦਿੰਦਾ ਨਾ, ਜਿਹੜੀਆਂ ਲੱਕੜ ਦੀਆਂ ਪੁਤਲੀਆਂ ਹੁੰਦੀਆਂ, ਤੇ ਉਹ ਆਪ ਨਹੀਂ ਕੁਝ ਕਰ ਸਕਦੀਆਂ। ਕਾਠ ਕੀ ਪੁਤਰੀ ਕਹਾ ਕਰੇ ਬਾਪੁਰੀ, ਖਿਲਾਵਨ ਹਾਰੋ ਜਾਂਦਾ ਹੈ। ਕਹਿੰਦੇ ਲੱਕੜ ਦੀ ਪੁਤਲੀ ਉਹ ਆਪ ਕੀ ਕਰ ਸਕਦੀ ਹੈ, ਤਾਂ ਜਿਹੜਾ ਕਹਿੰਦੇ ਖਿਡਾਉਣ ਵਾਲਾ ਹੈ ਉਹੀ ਜਾਣਦਾ ਨਾ ਉਹਨਾਂ ਤੋਂ ਕਿਵੇਂ ਕਰਨਾ ਹੈ, ਕਿਵੇਂ ਕੀ ਕੰਮ ਕਰਾਉਣਾ ਹੈ। ਅਤੇ ਕਹਿੰਦੇ ਜਿਹੜੀ ਆਵਾਜ਼ ਵੀ ਆਉਂਦੀ ਹੁੰਦੀ ਉਹ ਸਾਈਡ ਦੇ ਉੱਤੇ ਬੈਠਾ ਹੋਇਆ ਬੋਲਦਾ ਹੁੰਦਾ, ਪਰ ਉਹ ਤਮਾਸ਼ਗੀਰ ਜਿਹੜੇ ਲੋਕ ਤਮਾਸ਼ਾ ਵੇਖਣ ਵਾਲੇ ਹੈ, ਅਤੇ ਉਹਨਾਂ ਨੂੰ ਇਉਂ ਲੱਗਦਾ ਹੈ ਵੀ ਉਹ ਜਿਹੜਾ ਪੁਤਲੀਆਂ ਬੋਲ ਰਹੀਆਂ, ਕਹਿੰਦੇ ਨਹੀਂ ਭਾਈ ਸੋਊ ਨਿਜ ਬੋਲੇ ਸੋਈ ਨਿਜ ਮੁਖ ਬੋਲ ਸੁਣਾਵੇ। ਕਹਿੰਦੇ ਉਹ ਜਿਹੜਾ ਉਹਨਾਂ ਨੂੰ ਚਲਾਉਣ ਵਾਲਾ ਨਾ ਹੁੰਦਾ, ਜਿਹਦੇ ਹੱਥ ਵਿੱਚ ਕੰਟਰੋਲ ਹੁੰਦਾ, ਤਾਰ ਹੁੰਦੀ ਹੈ, ਕਹਿੰਦੇ ਉਹੀ ਬੋਲਦਾ ਹੁੰਦਾ, ਆਪ ਹੀ ਬੋਲ ਕੇ ਸੁਣਾਉਂਦਾ ਹੁੰਦਾ ਸਭ ਕੁਝ। ਲੋਕ ਜਾਣਦੇ ਆ, ਲੋਕਾਂ ਨੂੰ ਲੱਗਦਾ ਤਮਾਸ਼ਾ ਵੇਖਣ ਵਾਲਿਆਂ ਨੂੰ ਵੀ ਸ਼ਾਇਦ ਉਹ ਪੁਤਲੀਆਂ ਬੋਲ ਰਹੀਆਂ ਹਨ। ਇਸੇ ਤਰ੍ਹਾਂ ਕਹਿੰਦੇ ਖਾਲਸਾ ਜੀ ਤੁਸੀਂ ਇਹ ਨਾ ਜਾਣੋ ਵੀ ਦਇਆ ਸਿੰਘ ਕੁਝ ਬੋਲ ਰਿਹਾ, ਕਹਿੰਦੇ ਜੋ ਬੋਲਾਂਗਾ ਉਹ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੁਲਾਉਣਗੇ, ਇਹ ਸਮਝੋ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਹੀ ਬੋਲ ਕੇ ਦੱਸ ਰਹੇ ਹਨ। ਸੋ ਇਸ ਪ੍ਰਕਾਰ ਕਹਿੰਦੇ ਪੂਰਬ ਸੁਣੋ ਕਰਮ ਕੀ ਗਾਥਾ। ਕਹਿੰਦੇ ਭਾਈ ਹੁਣ ਕਹਿੰਦੇ ਸਭ ਤੋਂ ਪਹਿਲਾਂ ਜੋ ਕਰਮਾਂ ਦੀ ਗਾਥਾ ਹੈ, ਕਰਮਾਂ ਦੀ ਕਹਾਣੀ ਹੈ, ਕਰਮਾਂ ਦੀ ਕਥਾ ਹੈ, ਉਹ ਸੁਣੋ।
ਕਹਿੰਦੇ ਜਿਨ੍ਹਾਂ ਕਰਮਾਂ ਦੇ ਸਾਥ ਦੇ ਕਰਕੇ ਸਾਨੂੰ ਕਹਿੰਦੇ ਨਰਕ ਜਾਂ ਸੁਰਗ ਰੂਪੀ ਕਹਿੰਦੇ ਫਲ ਪ੍ਰਾਪਤ ਹੁੰਦਾ ਨਾ। ਕਰਮਾਂ ਦੇ ਫਲ ਕਰਕੇ ਨਰਕ ਮਿਲਦਾ ਹੈ, ਕਰਮਾਂ ਦੇ ਫਲ ਕਰਕੇ ਚੰਗੇ ਕਰਮ ਹੈ ਤਾਂ ਸਵਰਗ ਮਿਲਦਾ ਹੈ, ਮਾੜੇ ਆ ਤਾਂ ਨਰਕ ਮਿਲਦਾ ਹੈ। ਕਹਿੰਦੇ ਜਿਵੇਂ ਜਿਵੇਂ ਇਹ ਕਰਮ ਜਿਹੜੇ ਫਲੀ ਭੂਤ ਹੁੰਦੇ ਆ ਫਲ ਦਿੰਦੇ ਆ ਅਤੇ ਫਲਾਂ ਦੇ ਕਰਮਾਂ ਦੇ ਫਲ ਦੇ ਨਾਲ ਸੁਰਗ ਨਰਕ ਮਿਲਦੇ ਹਨ। ਸੁਣੋ ਜੀ, ਹੁਣ ਸਭ ਤੋਂ ਪਹਿਲਾਂ ਦੱਸਦੇ ਆ ਕਿ ਕਹਿੰਦੇ ਭਾਈ 3 ਪ੍ਰਕਾਰ ਦੇ ਕਰਮਾਂ ਨੂੰ ਪਛਾਣੋ। ਕਹਿੰਦੇ ਇਹਦੇ 3 ਪ੍ਰਕਾਰ ਹੈ, 3 ਟਾਈਪ ਦੇ ਹੈ ਇਹ ਕਰਮ, 1 ਨਹੀਂ 2 ਨਹੀਂ, ਕਹਿੰਦੇ 3 ਤਰ੍ਹਾਂ ਦੇ ਕਰਮ ਹੁੰਦੇ ਹਨ। ਹਾਂ, ਹੁਣ ਉਹਨਾਂ ਦੇ ਨਾਮ ਦੱਸਦੇ ਆ ਵੀ ਕੀ ਹੈ। ਸੰਚਿਤ ਕਰਮ ਹੈ, ਪ੍ਰਾਲਬਧ ਕਰਮ ਹੈ ਅਤੇ ਕਿਰੇਮਾਨ ਕਰਮ ਹੈ। ਉੱਦਾਂ ਜੇ ਆਪਾਂ ਸੀਰੀਅਲ ਵਾਈਜ਼ ਦੇਖਣਾ ਹੋਵੇ ਤਾਂ ਸਭ ਤੋਂ ਪਹਿਲਾਂ ਕਿਰੇਮਾਨ ਕਰਮ ਹੈ, ਉਸ ਤੋਂ ਬਾਅਦ ਸੰਚਿਤ ਬਣਦਾ ਹੈ ਅਤੇ ਫਿਰ ਪ੍ਰਾਲਬਧ ਸਾਡੀ ਕਿਸਮਤ ਬਣਦੀ ਹੈ। ਪ੍ਰਾਲਬਧ ਕਰਮ ਹੈ, ਕਿਰੇਮਾਨ, ਸੰਚਿਤ ਅਤੇ ਪ੍ਰਾਲਬਧ, ਇਹ 3 ਪ੍ਰਕਾਰ ਦੇ ਕਰਮ ਹਨ। ਜਿਹੜੀ ਗੁਰਮੁਖ ਪਿਆਰਿਓ ਮੈਂ ਇਹ ਵੀ ਬੇਨਤੀ ਕਰ ਦੇਵਾਂ, ਅੱਜ ਤੋਂ ਜਿਹੜੀ ਕਥਾ ਆਰੰਭ ਹੋਈ ਹੈ ਨਾ, ਇਹ ਕਥਾ ਨਾ ਬੜੀ ਡੂੰਘੀ ਹੈ। ਕਈ ਵਾਰ ਸਰੋਤਿਆਂ ਦਾ ਜਿਹੜਾ ਸੁਣਨ ਦਾ ਲੈਵਲ, ਸੁਣਨ ਦੀ ਅਵਸਥਾ ਉਸ ਪੱਧਰ ਦੀ ਨਹੀਂ ਹੁੰਦੀ, ਡੂੰਘੀ ਗੱਲ ਨੂੰ ਸਮਝ ਸਕਣ, ਇਸ ਕਰਕੇ ਕਈ ਵਾਰ ਮਨ ਵੀ ਉਚਾਟ ਹੁੰਦਾ। ਪਰ ਫਿਰ ਵੀ ਸਾਰੇ ਧਿਆਨ ਦੇ ਕੇ ਸੁਣਦੇ ਰਹੋ, ਜਿੰਨਾ ਜਿੰਨਾ ਵੀ ਸਮਝ ਆਵੇਗਾ, ਜਿੰਨੀ ਜਿੰਨੀ ਸਤਿਗੁਰੂ ਕਿਰਪਾ ਕਰਨਗੇ ਓਨਾ ਹੀ ਲਾਹਾ ਭਾਈ। ਅਤੇ ਬਹੁਤੇ ਤਾਂ ਜਿਹੜੇ ਵਿਦਵਾਨ ਸੰਪਰਦਾਈ ਨਹੀਂ ਹੁੰਦੇ, ਕਥਾਵਾਚਕ ਹੁੰਦੇ ਹੈ, ਸੰਪਰਦਾਈ ਨਹੀਂ ਹੁੰਦੇ, ਸੰਪਰਦਾ ਵਿੱਚ ਉਸਤਾਦਾਂ ਕੋਲੋਂ ਮਾਰ ਨਹੀਂ ਖਾਧੀ ਹੁੰਦੀ, ਉਹ ਤਾਂ ਨਾ ਇੱਥੇ ਇਹ ਅਧਿਆਏ ਜਦੋਂ ਸ਼ੁਰੂ ਹੋ ਜਾਂਦੇ ਆ 5ਵੀਂ ਰੁੱਤ ਦੇ, ਕਿਉਂਕਿ ਸ੍ਰੀ ਨਾਨਕ ਪ੍ਰਕਾਸ਼ ਜਿਹੜੇ ਪਹਿਲੇ 2 ਭਾਗ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ, ਉਤਰਾਰਧ ਅਤੇ ਪੂਰਬਾਰਧ, ਇਹਨਾਂ ਦੋਵਾਂ ਦੀ ਕਥਾ ਅਤੇ ਇਹ 5ਵੀਂ ਰੁੱਤ ਦੀ ਕਥਾ ਜਿਹੜੀ ਆਪਾਂ ਸਰਵਣ ਕਰ ਰਹੇ ਹਾਂ, ਇਹ ਤਿੰਨੇ ਗ੍ਰੰਥਾਂ ਦੀ ਕਥਾ ਨਾ ਜਿਹੜੀ ਥੋੜ੍ਹੀ ਜਿਹੀ ਕਠਿਨ ਹੈ, ਜਿਹਨੂੰ ਗੁਰਮਤਿ ਦੀ ਬੋਲੀ ਵਿੱਚ ਆਪਾਂ ਕਹਿੰਦੇ ਹਾਂ ਵੀ ਮਹਿੰਗੀ ਕਥਾ ਹੈ। ਇਹ ਕਰਨ ਵਾਲਾ ਵੀ ਥੋੜ੍ਹਾ ਜਿਹਾ ਤੀਖਣ ਬੁੱਧੀ ਵਾਲਾ ਹੋਵੇ। ਖੈਰ ਇਹ ਵੀ ਗੱਲ ਹੈ ਵੀ ਆਪਣੀ ਤੀਖਣ ਬੁੱਧੀ ਕੁਝ ਨਹੀਂ ਕਰ ਸਕਦੀ, ਗੁਰੂ ਕਿਰਪਾ ਕਰੇ ਜਿਹਦੇ ਉੱਤੇ, ਇਹ ਕਹੀਏ ਆਪਾਂ। ਗੁਰੂ ਕਿਰਪਾ ਕਰਕੇ ਜਿਹਨੂੰ ਤੀਖਣ ਬੁੱਧੀ ਬਖਸ਼ੇ ਉਹ ਇਹਨਾਂ ਅਧਿਆਇਆਂ ਦੀ ਕਥਾ ਕਰ ਸਕਦਾ ਹੈ, ਅਤੇ ਜਿਹੜਾ ਸੁਣਨ ਵਾਲਾ ਹੈ ਸਮਝ ਉਹ ਸਕਦਾ ਜਿਹਦੇ ਉੱਤੇ ਗੁਰੂ ਕਿਰਪਾ ਕਰਕੇ ਆਪ ਸਮਝਾਵੇ। ਇਸ ਕਰਕੇ ਯਤਨ ਕਰਨਾ ਆਪਾਂ ਵੀ ਕੱਲੀ ਕੱਲੀ ਗੱਲ ਨੂੰ ਆਪਾਂ ਵਿਸਥਾਰ ਦੇ ਵਿੱਚ ਵਿਚਾਰੀਏ ਅਤੇ ਵਿਸਥਾਰ ਦੇ ਵਿੱਚ ਹੀ ਸਮਝੀਏ, ਸਪਸ਼ਟ ਰੂਪ ਦੇ ਵਿੱਚ। ਕੱਲੀ ਕੱਲੀ ਗੱਲ ਨੂੰ ਖੋਲ੍ਹ ਕੇ ਆਪਾਂ ਸਪਸ਼ਟ ਰੂਪ ਦੇ ਵਿੱਚ, ਵਿਸਥਾਰ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ, ਜਿੰਨੀ ਗੁਰੂ ਸਾਹਿਬ ਮੱਤ ਬਖਸ਼ਿਸ਼ ਕਰਨਗੇ ਉਹਦੇ ਮੁਤਾਬਕ। ਨਹੀਂ ਤਾਂ ਜਿਹੜੇ ਹੋਰ ਜਿਹੜੇ ਕਾਲਜਾਂ ਕੁਲਜਾਂ ਵਾਲੇ ਹੁੰਦੇ ਆ ਨਾ, ਪ੍ਰੋਫੈਸਰ ਕਹਾਉਣ ਵਾਲੇ, ਉਹ ਕੀ ਕਰਦੇ ਆ ਵੀ ਜਦੋਂ ਇਹ ਅਧਿਆਏ ਚੱਲ ਪੈਂਦੇ ਆ ਨਾ, ਉਹ ਫਿਰ ਐਂ ਤਕੜੀ ਚੁੰਡੀ ਭਰਦੇ ਆ, ਤਕੜਾ ਥੱਬਾ ਭਰਦੇ ਆ ਅੰਗਾਂ ਦਾ, ਇਸ ਪੋਥੀ ਦਿਆਂ ਦਾ, ਅਤੇ ਐਦਾਂ ਉਲਟਾ ਦਿੰਦੇ ਆ ਅਤੇ ਬਹਾਨਾ ਲਾਉਣਗੇ, ਕਹਿਣਗੇ ਜੀ ਤਾਂ ਬ੍ਰਾਹਮਣਵਾਦ ਹੈ। ਬ੍ਰਾਹਮਣਵਾਦ ਕਹਿ ਕੇ ਖਹਿੜਾ ਛੁਡਾ ਲੈਂਦੇ ਆ ਵੀ ਕਥਾ ਕਰਨੀ ਆਉਂਦੀ ਨਹੀਂ ਹੁੰਦੀ ਅਤੇ ਕਹਿਣਗੇ ਬ੍ਰਾਹਮਣਵਾਦ ਹੈ। ਸੋ ਮੇਰੇ ਵਰਗੇ ਨੇ ਇੱਦਾਂ ਹੀ ਕਹਿਣਾ ਜਦੋਂ ਆਉਂਦੀ ਨਹੀਂ। ਸੋ ਇਸ ਕਰਕੇ ਇਹ ਕੋਈ ਬ੍ਰਾਹਮਣਵਾਦ ਨਹੀਂ ਹੈ, ਅਧਿਆਤਮਕਤਾ ਦੀਆਂ ਗੱਲਾਂ ਹਨ। ਕਰਮਾਂ ਦਾ ਨਿਰਣੈ ਪਹਿਲਾਂ ਭਾਈ ਦਇਆ ਸਿੰਘ ਜੀ ਦੱਸਣਗੇ, ਉਸ ਤੋਂ ਅਗਲੇ ਜਿਹੜੇ ਅਧਿਆਏ ਆਉਣਗੇ, ਅੰਸੂ ਆਉਣਗੇ, ਉਹਨਾਂ ਦੇ ਵਿੱਚ ਫਿਰ ਆਤਮ ਕਥਾ ਹੈ। ਆਤਮਾ ਕੀ ਹੈ, ਆਤਮਾ ਪਰਮਾਤਮਾ ਤੋਂ ਕਿਵੇਂ ਵਿਛੜੀ ਹੈ, ਉਹ ਪਰਮਾਤਮਾ ਦੇ ਨਾਲ ਮੇਲ ਦੁਬਾਰਾ ਕਿਵੇਂ ਹੋਵੇ, ਇਹ ਬਰੀਕੀਆਂ ਦੱਸੀਆਂ ਗਈਆਂ। ਅਤੇ ਇਹਨਾਂ ਨੂੰ ਸਮਝਣ ਦੇ ਵਾਸਤੇ ਨਾ ਵਿਦਾਂਤ ਦੇ ਗ੍ਰੰਥ, ਟਕਸਾਲਾਂ, ਸੰਪਰਦਾਵਾਂ ਦੇ ਵਿੱਚ ਪਹਿਲਾਂ ਛੋਟੇ ਗ੍ਰੰਥ ਪੜ੍ਹਾਏ ਜਾਂਦੇ ਆ। ਚਣਾਕਿਆ ਨੀਤੀ ਤੋਂ, ਚਾਣਕਿਆ ਨੀਤੀ ਤੋਂ ਸ਼ੁਰੂ ਕਰਕੇ, ਸਾਰ ਕਿਤਾਵਲੀ ਤੋਂ ਆਰੰਭ ਕਰਕੇ ਵਿਚਾਰ ਮਾਲਾ, ਭਾਵ ਰਸਾਮ੍ਰਿਤ, ਸੋ ਇਸੇ ਪ੍ਰਕਾਰ ਜੋ ਹੋਰ ਜਿਹੜੇ ਹੈਗੇ ਮੋਕਸ਼ ਪੰਥ ਇਤਿਆਦਿਕ ਗ੍ਰੰਥ ਹੈ, ਵਿਚਾਰ ਸਾਗਰ ਤੱਕ, ਜਿਨ੍ਹਾਂ ਵਿੱਚ ਵੇਦਾਂ ਦਾ ਤੱਤ ਸਾਰ ਲਿਖਿਆ ਹੋਇਆ, ਇਹ ਜਿਹੜੇ ਵਿਦਾਂਤ ਦੇ ਗ੍ਰੰਥ ਪੜ੍ਹਾਏ ਜਾਂਦੇ ਹੈ। ਅਤੇ ਬਹੁਤੇ ਜਿਹੜੇ ਇੱਥੇ ਹੁਣ ਵਿਚਾਰ ਆਏਗੀ ਉਹ ਅਧਿਆਤਮ ਪ੍ਰਕਾਸ਼ ਦੇ ਵਿੱਚੋਂ ਹੈ, ਜਿਹਦੇ ਨਾਮ ਤੋਂ ਹੀ ਸਪਸ਼ਟ ਹੈ ਵੀ ਅਧਿਆਤਮਕਤਾ ਦਾ ਪ੍ਰਕਾਸ਼ ਹੋ ਜਾਣਾ, ਚਾਨਣਾ ਹੋ ਜਾਣਾ। ਅਤੇ ਉਹ ਜਿਨ੍ਹਾਂ ਨੇ ਪੜ੍ਹੇ ਹੁੰਦੇ ਹੈ, ਉਸਤਾਦਾਂ ਦੇ ਕੋਲੋਂ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਹੁੰਦੀ ਹੈ ਗੁਰੂ ਸਾਹਿਬ ਦੀ, ਉਹ ਫਿਰ ਇਹਦਾ ਵਿਸਥਾਰ ਕਰ ਸਕਦੇ ਹੈ।
ਸੋ ਬਾਕੀ ਤਾਂ ਨਹੀਂ, ਫਿਰ ਇਹਨਾਂ ਨੂੰ ਬ੍ਰਾਹਮਣਵਾਦ ਕਹਿ ਕੇ ਹੀ ਅੱਗੇ ਟਪਾ ਦਿੰਦੇ ਆ ਜੀ, ਸਾਡਾ ਕਰਮਾਂ ਨਾਲ ਕੀ ਲੈਣਾ ਦੇਣਾ ਜੀ। ਅਤੇ ਕਈ ਤਾਂ ਇੱਥੋਂ ਤੱਕ ਵੀ ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਇੱਦਾਂ ਦੀਆਂ ਗੱਲਾਂ ਵੀ ਕਰ ਜਾਂਦੇ ਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਕਰਮ ਫਿਲਾਸਫੀ ਨੂੰ ਮੰਨਦੀ ਹੈ ਅਤੇ ਆਪਾਂ ਇਹਨਾਂ ਨੂੰ ਛੱਡ ਕਿਵੇਂ ਸਕਦੇ ਹਾਂ। ਸੋ ਜਿਹੜਾ ਚੰਗਾ ਸਰੋਤਾ ਹੈ ਉਹ ਸੁਣਨਾ ਵੀ ਚਾਹੁੰਦਾ ਅਤੇ ਚੰਗਾ ਵਕਤਾ ਜਿਹੜਾ ਉਹ ਸੁਣਾਉਣਾ ਵੀ ਚਾਹੁੰਦਾ ਅਤੇ ਸੁਣਾਉਂਦਾ ਵੀ ਹੈ, ਛੱਡਣਾ ਨਹੀਂ ਚਾਹੀਦਾ। ਠੀਕ ਹੈ ਵੀ ਗੁਰ ਇਤਿਹਾਸ ਦੇ ਵਿੱਚ ਬਹੁਤ ਸਾਰੇ ਰਲਾਅ ਵੀ ਪੈਦਾ ਹੋਏ ਹੈ, ਪਰ ਉੱਥੇ ਜਿਹੜਾ ਚੰਗਾ ਵਕਤਾ, ਚੰਗਾ ਬੁਲਾਰਾ, ਚੰਗਾ ਗਿਆਨੀ ਸਿੰਘ ਆ, ਉਹ ਨਾਲ ਫਿਰ ਗੁਰਮਤਿ ਦਾ ਨਿਰਣਾ ਵੀ ਦੱਸਦਾ ਜਾਂਦਾ ਹੈ, ਸਪਸ਼ਟ ਕਰਦਾ ਜਾਂਦਾ ਵੀ ਆਹ ਗੱਲ ਗੁਰਮਤਿ ਅਨੁਸਾਰ ਹੈ, ਆਹ ਗੱਲ ਨਹੀਂ ਹੈ। ਇਹ ਨਹੀਂ ਵੀ ਸਾਰੇ ਨੂੰ ਰੱਦ ਕਰ ਦਿਓ ਵੀ ਇਹ ਤਾਂ, ਜਿਵੇਂ ਅੱਜ ਬੜਾ ਜ਼ੋਰ ਲੱਗਿਆ ਹੋਇਆ, ਸਾਡੇ ਕਈ ਪ੍ਰਚਾਰਕ ਆ ਜਿਹੜੇ ਉਹ ਖਾਂਦੇ ਗੁਰੂ ਘਰ ਦਾ ਹੈ ਅਤੇ ਵਿਰੋਧ ਵੀ ਗੁਰੂ ਦਾ ਹੀ ਕਰਦੇ ਹੈ, ਵਿਰੋਧ ਵੀ ਗੁਰ ਇਤਿਹਾਸ ਦਾ। ਅੱਜ ਤੱਕ ਪਿਛਲੇ 17-18 ਵਰ੍ਹਿਆਂ ਤੋਂ 20 ਵਰ੍ਹਿਆਂ ਤੋਂ ਕਰਦੇ ਆਏ ਆ ਪ੍ਰਚਾਰ ਇਹਨਾਂ ਹੀ ਸਾਖੀਆਂ ਦਾ। ਇਹੀ ਸਾਖੀਆਂ ਸੁਣਾ ਕੇ, ਇਹਨਾਂ ਸਾਖੀਆਂ ਵਿੱਚੋਂ ਧਾਰਨਾ ਬਣਾ ਕੇ, ਚਿਮਟੇ ਢੋਲਕੀਆਂ ਖੜਕਾ ਕੇ ਅਤੇ ਐਡੇ ਐਡੇ ਮਹੱਲ ਉਸਾਰ ਲਏ ਆ ਉਹਨਾਂ ਨੇ। ਅਤੇ ਜਦੋਂ ਹੁਣ ਇਹ ਗੱਲ ਆਉਂਦੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੀ, ਕਹਿਣਗੇ ਨਾ ਜੀ ਅਸੀਂ ਨਹੀਂ ਭਾਈ ਸੰਤੋਖ ਸਿੰਘ ਨੂੰ ਮੰਨਦੇ, ਉਹਨੇ ਤਾਂ ਬੜਾ ਗਲਤ ਲਿਖਿਆ, ਉਹਨੇ ਤਾਂ ਇੱਦਾਂ ਲਿਖਿਆ ਉੱਦਾਂ ਲਿਖਿਆ। ਵੀ ਠੀਕ ਹੈ ਵੀ ਕਈ ਗੱਲਾਂ ਜਿਹੜੇ ਇਤਿਹਾਸ ਦੇ ਵਿੱਚ ਰਲਾਅ ਪੈਦਾ ਹੋਇਆ, ਅਤੇ ਇਹ ਤਾਂ ਜੋ ਅੱਜ ਤੱਕ ਕਥਾ ਕਰਦੇ ਆ ਰਹੇ ਹੈ, ਜਿਉਂ ਸਿੱਖੀ ਸਾਜੀ ਹੈ, ਜਿਉਂ ਇਹ ਇਤਿਹਾਸ ਲਿਖਿਆ ਗਿਆ, ਉਸ ਤੋਂ ਬਾਅਦ ਐਡੇ ਐਡੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਇਹ ਕਥਾ ਗੁਰੂ ਕੀਆਂ ਸੰਗਤਾਂ ਵਿੱਚ ਕਰ ਦਿੱਤੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਜਿਹੜੀਆਂ ਗੱਲਾਂ ਹੈਗੀਆਂ ਇਹ ਸੰਗਤਾਂ ਵਿੱਚ ਪ੍ਰਚਾਰਨੀਆਂ ਜਾਂ ਨਹੀਂ। ਬਾਕੀ ਜਿਹੜੀਆਂ ਗੱਲਾਂ ਦਾ ਉਹ ਅੱਜ ਰੌਲਾ ਪਾਉਂਦੇ ਆ ਨਾ, ਵਿੱਚੋਂ ਇੱਕ ਦੋ ਗੱਲਾਂ ਕੱਢ ਕੇ, ਅਤੇ ਸਿਰਫ ਜ਼ਿਆਦਾਤਰ ਕੀ ਹੁੰਦਾ ਵੀ YouTube ਦੇ ਉੱਤੇ ਆਪਣੀਆਂ ਵੀਡੀਓ ਪ੍ਰਮੋਟ ਕਰਨੀਆਂ ਹੁੰਦੀਆਂ, ਐਵੇਂ ਕੋਈ ਨਾ ਕੋਈ ਸ਼ੁਰਲੀ ਜੀ ਛੱਡ ਦੇਣੀ ਹੈ ਅਤੇ ਬਸ ਵੀ ਲੋਕ ਵੇਖਣ, ਸਾਡੇ ਵਿਊ ਵਧਣ ਅਤੇ YouTube ਤੋਂ ਸਾਨੂੰ ਪੈਸਾ ਆਵੇ। ਅਤੇ ਕਈ ਤਾਂ ਹੁਣ ਇੱਦਾਂ ਦੇ ਹੈ ਵੀ ਉਹ YouTube ਦੇ ਉੱਤੇ ਉਹਨਾਂ ਦਾ ਦੀਵਾਨ ਚੱਲਦਾ ਹੁੰਦਾ ਹੈ, ਅਤੇ ਚੱਲਦੇ ਦੀਵਾਨ ਦੇ ਵਿੱਚ ਨਾਲ Paytm ਦਾ ਨੰਬਰ ਵੀ ਦਿੱਤਾ ਹੁੰਦਾ ਵੀ ਭਾਈ ਜਿਹੜਾ ਮੱਥਾ ਟੇਕਣਾ ਨਾ, ਉਹ ਜੇ ਕਰੋਨਾ ਕਰਕੇ ਤੁਸੀਂ ਨਹੀਂ ਆ ਸਕਦੇ ਤਾਂ ਡਿਜੀਟਲੀ ਟੇਕ ਲਓ, ਸਾਨੂੰ ਮੱਥਾ ਡਿਜੀਟਲੀ ਭੇਟਾ ਦੇ ਦਿਓ। ਉਹਨਾਂ ਨੇ Paytm ਦੇ ਨੰਬਰ ਵੀ ਦਿੱਤੇ ਹੁੰਦੇ ਵੀ 10 20 50 100 ਜਿੰਨਾ ਟੇਕਣਾ ਹੈ, ਅਤੇ ਬਸ ਆਪਣੇ ਫ਼ੋਨ ਦੇ ਉੱਤੇ Paytm ਕਰੋ ਅਤੇ ਸਾਡੇ ਅਕਾਊਂਟ ਵਿੱਚ ਸਿੱਧਾ ਪਹੁੰਚ ਜਾਏਗਾ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਉਹ ਇਤਿਹਾਸ ਦੀਆਂ ਗੱਲਾਂ ਕਰਨਗੇ ਵੀ, ਸੁਣਾਉਣਗੇ ਵੀ। ਜੇ ਤੁਸੀਂ ਇਤਿਹਾਸ ਨੂੰ ਰੱਦ ਕਰ ਦਿਓ ਅਤੇ ਸੁਣਾਓਗੇ ਕੀ ਸੰਗਤਾਂ ਨੂੰ? ਅੱਜ ਤੱਕ ਜਿਹੜੇ ਗੁਰਸਿੱਖ ਹੋਏ ਆ ਉਹਨਾਂ ਨੇ ਸੁਣਾਇਆ, ਜੋ ਵਿੱਚੋਂ ਕਿਤੇ ਲੱਗਦਾ ਵੀ ਗੁਰਮਤਿ ਅਨੁਸਾਰ ਨਹੀਂ, ਉਹਦਾ ਨਾਲ ਉਹ ਨਿਰਣਾ ਕਰ ਦਿੰਦੇ ਆ। ਅਤੇ ਜਿਹੜੀਆਂ ਚਾਰ ਗੱਲਾਂ ਭਾਈ ਤੂੰ ਚੱਕੀ ਫਿਰਦਾ ਹੈ, ਇਹ ਤਾਂ ਭਾਈ ਵੀਰ ਸਿੰਘ ਜੀ ਨੇ ਅੱਜ ਤੋਂ ਕਿੰਨੇ ਸਾਲ ਪਹਿਲਾਂ ਹੀ ਇਹ ਨਿਰਣਾ ਕਰਕੇ ਅਤੇ ਥਾਂ ਹੇਠਾਂ ਪ੍ਰਿਆਏ ਲਿਖੇ ਆ, ਟੂਕਾਂ ਲਿਖੀਆਂ ਹੋਈਆਂ, ਹੇਠਾਂ ਫੁੱਟਨੋਟ ਦਿੱਤੇ ਹੋਏ ਆ ਵੀ ਆਹ ਗੱਲ ਗੁਰਮਤਿ ਅਨੁਸਾਰ ਹੈ, ਆਹ ਨਹੀਂ ਹੈ। ਬਾਕੀ ਜਦੋਂ ਕਥਾ ਸਿਖਾਉਂਦੇ ਆ ਉਸਤਾਦ, ਅਤੇ ਉਸ ਵੇਲੇ ਦੱਸਦੇ ਆ ਵੀ ਇਹ ਚੀਜ਼ ਨੂੰ ਕਿਵੇਂ ਸੰਗਤ ਵਿੱਚ ਪੇਸ਼ ਕਰਨਾ। ਕਈ ਵਾਰੀ ਸ਼ਬਦਾਵਲੀ ਵੀ ਇੱਦਾਂ ਦੀ ਆ ਜਾਂਦੀ ਹੁੰਦੀ ਹੈ, ਅਤੇ ਸਿਆਣਾ ਜਿਹੜਾ ਬੁਲਾਰਾ ਨਾ, ਅਤੇ ਫਿਰ ਉਹਨੂੰ ਚੰਗੇ ਲਫ਼ਜ਼ਾਂ ਦੇ ਵਿੱਚ ਸੰਗਤ ਸਮਝ ਵੀ ਜਾਵੇ ਅਤੇ ਲਫ਼ਜ਼ ਵੀ ਚੰਗੇਰੇ ਹੋਣ, ਉਹ ਵਧੀਆ ਤਰੀਕੇ ਦੇ ਨਾਲ ਦੱਸ ਦਿੰਦਾ ਹੈ। ਸੋ ਇਸ ਪ੍ਰਕਾਰ ਕਈ ਐਵੇਂ ਬਿਨਾਂ ਗੱਲੋਂ ਵਿਰੋਧ ਕਰਨ ਲੱਗੇ, ਉਹ ਕਹਿਣਗੇ ਜੀ ਅਸੀਂ ਤਾਂ ਰੱਦ ਕਰਦੇ ਹਾਂ, ਅਸੀਂ ਤਾਂ ਮੰਨਦੇ ਨਹੀਂ। ਅਤੇ ਵੀ ਭਾਈ ਨਾ ਮੰਨੋ, ਤੁਹਾਡੇ ਮੰਨਣ ਨਾਲ ਥੋੜ੍ਹੀ ਗੱਲ ਹੈ, ਇਹ ਤਾਂ ਸਤਿਗੁਰਾਂ ਦਾ ਇਤਿਹਾਸ ਹੈ। ਅਸੀਂ ਤਾਂ ਭਾਈ ਸ਼ਰਧਾ ਭਾਵਨਾ ਵਾਲੇ ਜੋ ਲਿਖਿਆ ਉਹਨੂੰ ਮੰਨਦੇ ਹਾਂ ਅਤੇ ਮੰਨਦੇ ਰਹਾਂਗੇ, ਅਤੇ ਤੁਹਾਡੇ ਕਹਿਣ ਨਾਲ ਕਿਸੇ ਨੇ ਹਟਣਾ ਨਹੀਂ ਅਤੇ ਤੁਹਾਡੇ ਕਹਿਣ ਨਾਲ ਕਿਸੇ ਨੇ ਲੱਗਣਾ ਨਹੀਂ। ਸ਼ਰਧਾ ਭਾਵਨਾ ਵਾਲੀਆਂ ਸੰਗਤਾਂ, ਗੁਰੂ ਕਾ ਇਤਿਹਾਸ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਅੱਜ ਵੇਖੋ ਸਾਰੇ ਹੀ ਤਖਤ ਸਾਹਿਬਾਨਾਂ 'ਤੇ ਹੋਰ ਇਤਿਹਾਸਕ ਸਥਾਨਾਂ ਦੇ ਉੱਤੇ ਇਸੇ ਗ੍ਰੰਥ ਦੀ ਕਥਾ ਹੁੰਦੀ ਹੈ। ਇਹੀ ਇਤਿਹਾਸ ਗੁਰੂ ਕੀਆਂ ਸੰਗਤਾਂ ਵਿੱਚ ਪ੍ਰਚਾਰਿਆ ਜਾਂਦਾ, ਸੁਣਾਇਆ ਜਾਂਦਾ, ਅਤੇ ਕਦੇ ਅੱਜ ਤੱਕ ਤਾਂ ਕਿਸੇ ਨੇ ਕੋਈ ਕਿੰਤੂ ਪ੍ਰੰਤੂ ਕੀਤਾ ਨਹੀਂ ਸੀ। ਹਾਂ, ਕਈ ਆ ਨਵੇਂ ਜੰਮ ਪਏ ਵੀ ਜਿਨ੍ਹਾਂ ਦੀ ਮੱਤ ਨੂੰ ਕੋਈ ਪੁੱਠਾ ਗੇੜਾ ਆਇਆ ਹੋਇਆ, ਅਤੇ ਉਹ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਸੋ ਇੱਦਾਂ ਦੇ ਜਿਹੜੇ ਹੈਗੇ ਆ ਨਾ ਕੱਚ ਘਰੜ ਜੇ, ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਗੁੰਮਰਾਹ ਵੀ ਨਹੀਂ ਹੋਣਾ ਕਦੇ। ਅਤੇ ਬਾਕੀ ਜੇ ਕੋਈ ਕਵੇ ਜੀ ਇਹ ਬ੍ਰਾਹਮਣਵਾਦ ਇੱਦਾਂ ਉੱਦਾਂ, ਉਹ ਸਭ ਕੁਝ ਛੱਡ ਕੇ ਆਪਾਂ ਗੁਰ ਇਤਿਹਾਸ ਦੇ ਉੱਤੇ, ਗੁਰੂ ਕੇ ਬਚਨਾਂ ਦੇ ਉੱਤੇ ਸ਼ਰਧਾ ਭਾਵਨਾ ਲਿਆਈਏ। ਅਤੇ ਸ਼ਰਧਾ ਭਾਵਨਾ ਦੇ ਨਾਲ ਜਦੋਂ ਗੁਰੂ ਕੇ ਬਚਨਾਂ ਨੂੰ ਪੜ੍ਹਾਂ ਸੁਣਾਂਗੇ ਅਤੇ ਫਿਰ ਸਾਨੂੰ ਸਮਝ ਲੱਗੇਗੀ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਜਿਹੜੇ ਇਹ ਹੁਣ ਅਧਿਆਏ ਆਉਣਗੇ ਨਾ, ਇਹ 41 ਤੋਂ ਲੈ ਕੇ 50 ਤੱਕ, ਸੋ ਇਹ ਆਪਾਂ ਨੂੰ ਸੂਖਮ ਬਿਰਤੀ ਕਰਕੇ ਹੀ ਸੁਣਨੇ ਪੈਣਗੇ ਅਤੇ ਸੂਖਮ ਬਿਰਤੀ ਕਰਕੇ ਸੁਣਾਉਣੇ ਪੈਣਗੇ। ਕੋਸ਼ਿਸ਼ ਕਰਾਂਗੇ ਵੀ ਸੰਗਤ ਦੇ ਪੱਧਰ ਦੀ ਗੱਲ, ਸੰਗਤ ਦੀ ਜੋ ਸ਼ਬਦਾਵਲੀ ਸਮਝ ਸਕਦੀ ਹੈ ਸੰਗਤ, ਉਸ ਤਰੀਕੇ ਦੇ ਨਾਲ ਹੀ ਸਮਝਾਇਆ ਜਾ ਸਕੇ। ਬਾਕੀ ਕਿਰਪਾ ਗੁਰੂ ਸਾਹਿਬ ਨੇ ਕਰਨੀ ਹੈ, ਜਿਵੇਂ ਉਹ ਸੇਵਾ ਲੈਣਗੇ ਆਪਾਂ ਸੇਵਾ ਕਰਾਂਗੇ। ਸੋ ਭਾਈ
ਦਇਆ ਸਿੰਘ ਜੀ ਸੰਗਤ ਨੂੰ ਕਹਿਣ ਲੱਗੇ ਕਿ ਖਾਲਸਾ ਜੀ ਇਹ ਜਿਹੜੇ ਕਰਮ ਆ ਨਾ, ਕਹਿੰਦੇ ਪਹਿਲਾਂ ਤਾਂ ਇਹ ਪਛਾਣੋ, ਇਹ ਗੱਲ ਜਾਣ ਲਓ ਵੀ ਇਹ 3 ਪ੍ਰਕਾਰ ਦੇ ਹੈ। ਇਹ 3 ਪ੍ਰਕਾਰ ਦੇ ਕਰਮ ਕਿਹੜੇ ਕਿਹੜੇ ਹੈ? ਕਹਿੰਦੇ ਸੰਚਿਤ ਕਰਮ ਹਨ, ਪ੍ਰਾਲਬਧ ਕਰਮ ਹਨ, ਕਿਰੇਮਾਨ ਕਰਮ ਹਨ। ਇਹ 3 ਪ੍ਰਕਾਰ ਦੇ ਕਰਮ ਜਾਣ ਲਓ, ਕਿਰੇਮਾਨ, ਸੰਚਿਤ ਤੇ ਪ੍ਰਾਲਬਧ 3 ਰੂਪ ਹਨ। ਹਾਂ, ਕਹਿੰਦੇ ਜਿਵੇਂ ਤੀਰ ਹੈ, ਤੀਰਾਂ ਨੂੰ ਭੱਥੇ ਦੇ ਵਿੱਚ ਸਾਂਭ ਕੇ ਰੱਖੀਦਾ, ਤਰਕਸ਼ ਦੇ ਵਿੱਚ ਸਾਂਭ ਕੇ ਰੱਖੀਦਾ। ਅਤੇ ਇਸੇ ਤਰ੍ਹਾਂ ਕਹਿੰਦੇ ਅੰਤਸ਼ਕਰਨ ਰੂਪੀ ਜਿਹੜਾ ਕਹਿੰਦੇ ਭੱਥਾ ਹੈ, ਉਹਦੇ ਵਿੱਚ ਇਹ 3 ਤਰ੍ਹਾਂ ਦੇ ਜਿਹੜੇ ਕਰਮ ਹੈ ਉਹ ਰੱਖੇ ਹੋਏ ਹਨ। ਕਹਿੰਦੇ ਜਿਵੇਂ 3 ਪ੍ਰਕਾਰ ਦੇ ਤੀਰ ਹੋਣ, ਕੋਈ ਜਿੱਦਾਂ ਕੋਈ ਮੋਟੀ ਚੁੰਝ ਵਾਲੇ ਹੈ ਨਾ, ਚੌੜਾ ਜਿਨ੍ਹਾਂ ਦਾ ਅੱਗੋਂ ਮੂੰਹ ਹੈ ਉਸ ਤਰ੍ਹਾਂ ਦੇ ਹੋਣ, ਕੋਈ ਨੁਕੀਲੇ ਹੋਣ, ਪਤਲੇ ਹੋਣ, ਲੰਬੇ ਹੋਣ, ਅਲੱਗ-ਅਲੱਗ ਕਿਸਮਾਂ ਦੇ 3 ਪ੍ਰਕਾਰ ਦੇ ਤੀਰ ਤਰਕਸ਼ ਦੇ ਵਿੱਚ ਭੱਥੇ ਵਿੱਚ ਪਾਏ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜਾ ਸਾਡਾ ਅੰਤਸ਼ਕਰਨ ਰੂਪੀ ਭੱਥਾ ਹੈ, ਅੰਤਸ਼ਕਰਨ ਹੈ ਜਿਹੜਾ ਸਾਡਾ, ਜਿਹਨੂੰ ਆਪਾਂ ਮਨ ਵੀ ਕਹਿੰਦੇ ਹਾਂ, ਇਹ 4 ਚੀਜ਼ਾਂ ਨੂੰ ਮਿਲ ਕੇ ਬਣਦਾ ਜੀ। ਮਨ, ਅੰਤਸ਼ਕਰਨ ਜਿਹੜਾ ਮਨ, ਬੁੱਧ, ਚਿੱਤ ਅਤੇ ਹੰਕਾਰ, ਜਦੋਂ 4 ਚੀਜ਼ਾਂ ਇਕੱਤਰ ਹੁੰਦੀਆਂ ਨਾ ਅਤੇ ਉਹਨੂੰ ਆਪਾਂ ਕਹਿੰਦੇ ਸਾਡਾ ਅੰਤਸ਼ਕਰਨ, ਸਾਡਾ ਅੰਦਰਲਾ ਜਿਹੜਾ ਮਨ, ਜਿਹੜਾ ਆਪਾਂ ਕਹਿੰਦੇ ਵੀ ਸਾਡਾ ਅੰਦਰਲਾ ਨਹੀਂ ਮੰਨਦਾ, ਉਹ ਅੰਤਸ਼ਕਰਨ ਹੈ ਜਿਹੜਾ, ਉਹ 4 ਚੀਜ਼ਾਂ ਨੂੰ ਮਿਲਾ ਕੇ ਬਣਦਾ ਹੈ। ਇਹਦਾ ਵਿਸਥਾਰ ਅੱਗੇ ਭਾਈ ਸਾਹਿਬ ਜੀ ਦੱਸਣਗੇ, ਆਪਾਂ ਨਾਲ ਨਾਲ ਵਿਸਥਾਰ ਵੀ ਕਰਾਂਗੇ। ਅਤੇ ਕਹਿੰਦੇ ਇਸ ਅੰਤਸ਼ਕਰਨ ਰੂਪੀ ਭੱਥੇ ਵਿੱਚ, ਜਿਵੇਂ ਭੱਥੇ ਵਿੱਚ ਤੀਰ ਸਾਂਭੇ ਹੁੰਦੇ ਹੈ, ਇਹ 3 ਪ੍ਰਕਾਰ ਦੇ ਜਿਹੜੇ ਬਾਣਾਂ ਵਰਗੇ, ਤੀਰਾਂ ਵਰਗੇ ਕਰਮ ਆ ਨਾ, ਕਿਉਂਕਿ ਇਹ ਵੀ ਇਹਨਾਂ ਦੀ ਗਤੀ ਵੀ ਜਿਵੇਂ ਤੀਰ ਚੱਲਦਾ ਨਾ, ਇਉਂ ਹੀ ਚੱਲਦੇ ਆ, ਬਹੁਤ ਤੇਜ਼ ਤੇਜ਼। ਅਤੇ ਇਸ ਪ੍ਰਕਾਰ ਕਹਿੰਦੇ ਜਿਹੜੇ ਇਹ ਭੱਥੇ ਦੇ ਵਿੱਚ ਜਿਵੇਂ ਤੀਰ ਸਾਂਭੇ ਹੁੰਦੇ ਆ, ਅੰਤਸ਼ਕਰਨ ਰੂਪੀ ਭੱਥੇ ਦੇ ਵਿੱਚ ਇਹ 3 ਪ੍ਰਕਾਰ ਦੇ ਜਿਹੜੇ ਬਾਣ ਹਨ, 3 ਪ੍ਰਕਾਰ ਦੇ ਤੀਰ ਹਨ, 3 ਪ੍ਰਕਾਰ ਦੇ ਕਰਮ ਹਨ। ਬਸ ਵਿਹਾਰ, ਕਹਿੰਦੇ ਉੱਥੇ ਇਹਨਾਂ ਦਾ ਵਸੇਬਾ, ਉੱਥੇ ਵਸਣ ਵਾਲੇ ਹਨ। ਸੋ ਅੱਗੇ ਜਿਵੇਂ ਭਾਈ ਸਾਹਿਬ ਜੀ ਹੋਰ ਵਿਸਥਾਰ ਕਰਨਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮਾਂ ਕਿਉਂਕਿ ਪੂਰਾ ਹੀ ਹੋਣ ਵਾਲਾ, ਇਸ ਕਰਕੇ ਆਪਾਂ ਅਗਲੀਆਂ ਪੰਕਤੀਆਂ ਦੇ ਜਿਹੜੇ ਅਰਥ ਹੈ ਥੋੜ੍ਹੇ ਥੋੜ੍ਹੇ ਕਰਕੇ, ਕਿਉਂਕਿ ਬਹੁਤਾ ਵਿਸਥਾਰ ਕਰਨਾ ਪਵੇਗਾ ਇੱਕ ਇੱਕ ਪੰਕਤੀ ਦਾ, ਆਪਾਂ ਥੋੜ੍ਹਾ ਥੋੜ੍ਹਾ ਕਰਕੇ, ਭਾਵੇਂ ਇੱਕ ਇੱਕ ਪ੍ਰਸੰਗ 'ਤੇ ਕਈ ਕਈ ਦਿਨ ਲੱਗਣ, ਆਪਾਂ ਲਾਵਾਂਗੇ ਸਮਾਂ। ਸੋ ਆਪਾਂ ਉਹਨੂੰ ਬੜੇ ਵਿਸਥਾਰ ਦੇ ਵਿੱਚ ਵਿਚਾਰਾਂਗੇ। ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਆਓ ਹੁਣ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਇੱਥੇ ਹੀ ਸਮਾਪਤੀ ਅਰਦਾਸ ਵਿੱਚ ਹਾਜ਼ਰ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।